ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੂਰਾ ਸੋ ਪਹਿਚਾਨੀਐ, ਜੋ ਲਰੇ ਦੀਨ ਕੇ ਹੇਤ। ਪੁਰਜਾ ਪੁਰਜਾ ਘਟ ਮਰੈ, ਕਬੂ ਨ ਛਾਡੇ ਖੇਤ। ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਈ। ਹੋਵੈ ਸਿਫਤ ਕਿਸਮ ਕੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵਿਸਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਸਭ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਗੁਰਪੁਰਬ ਦੀਆਂ ਜਿਹੜੀਆਂ ਨੇ ਉਹ ਬਹੁਤ ਬਹੁਤ ਵਧਾਈਆਂ ਹੋਣ। ਕਿਉਂਕਿ ਅੱਜ ਉਹਨਾਂ ਦਾ ਗੁਰਪੁਰਬ ਜਿਹੜਾ ਵਾ, ਪ੍ਰਕਾਸ਼ ਦਿਹਾੜਾ ਜਿਹੜਾ ਵਾ, ਬੜੀ ਸ਼ਰਧਾ ਭਾਵਨਾ ਨਾਲ ਜਿਹੜੀਆਂ ਸੰਗਤਾਂ ਵਾ, ਸਿੱਖ ਸੰਗਤਾਂ ਜਿਹੜੀਆਂ ਮਨਾ ਰਹੀਆਂ ਵਾ। ਔਰ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਸੰਬੰਧੀ ਅਸੀਂ ਵਿਚਾਰਾਂ ਕਰ ਰਹੇ ਸੀ। ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਅਵਤਾਰ ਧਾਰਿਆ ਜਿਸ ਸਮੇਂ ਸਮਾਜ ਦੇ ਵਿੱਚ ਬਹੁਤ ਸਾਰੇ ਜਿਹੜੇ ਵਕਾਰ ਬੁਰਾਈਆਂ ਜਿਹੜੀਆਂ ਫੈਲੀਆਂ ਹੋਈਆਂ ਸੀ। ਹਰ ਪਾਸੇ ਕੂੜ ਦਾ ਪਸਾਰਾ ਸੀ ਅਤੇ ਕੋਈ ਕਿਸੇ ਕਿਸਮ ਦੀ, ਕੋਈ ਕਿਸੇ ਦੇ ਨਾਲ ਸਮਾਜ ਅਨੇਕਾਂ ਬੰਧਨਾਂ ਦੇ ਵਿੱਚ, ਅਨੇਕਾਂ ਹੀ ਬੁਰਾਈਆਂ ਦੇ ਵਿੱਚ, ਕਈ ਤਰ੍ਹਾਂ ਦੀਆਂ ਜਿਹੜੀਆਂ ਕਹਿ ਸਕਦੇ ਹਾਂ ਅਸੀਂ ਕਿ ਉਲਝਣਾਂ ਦੇ ਵਿੱਚ ਫਸਿਆ ਹੋਇਆ ਸੀ। ਅਤੇ ਕੋਈ ਵੀ ਸਮਾਜ ਨੂੰ ਜਿਹੜੀ ਹੈ ਕੋਈ ਸੇਧ ਦੇਣ ਵਾਲਾ ਵੀ, ਕੋਈ ਉਸ ਸਮੇਂ ਕੋਈ ਸਤਿਗੁਰੂ ਨਾਨਕ ਵਰਗਾ ਕੋਈ ਰਹਿਬਰ ਜਿਹੜਾ ਪਰਮਾਤਮਾ ਰੂਪੀ ਜਿਹੜਾ ਉਹ ਨਹੀਂ ਮਿਲਿਆ। ਸੋ ਕਹਿੰਦੇ ਨੇ ਭਾਈ ਗੁਰਦਾਸ ਜੀ, ਉਹਨਾਂ ਦੀ ਵਾਰ ਆ 27ਵੀਂ ਵਾਰ ਆ। ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਵਾ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਵਾ। ਜਿਉ ਕਰ ਸੂਰਜ ਨਿਕਲਿਆ, ਤਾਰੇ ਛਾਪ ਅੰਧੇਰ ਪਲੋਵਾ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਵਾ। ਮਿਟੀ ਧੁੰਦ ਜਗ ਚਾਨਣ ਹੋਵਾ। ਸਿੰਘ ਬੁਕੇ ਮੇਰੇ ਗਾਵਲੀ,
ਪੰਨੀ ਜਾਏ ਨ ਤੀਰਤ ਰੋਵਾ। ਸਿੰਘ ਬੁਕੇ ਮੇਰੇ ਗਾਵਲੀ, ਪੰਨੀ ਜਾਏ ਨ ਤੀਰਤ ਰੋਵਾ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ। ਮਿੱਟੀ ਧੁੰਦ ਜਗ ਚਾਨਣ ਹੋਵਾ। ਜਿੱਥੇ ਬਾਬਾ ਪੈਰ ਧਰ, ਜਿੱਥੇ ਬਾਬਾ ਪੈਰ ਧਰ, ਪੂਜਾ ਆਸਣ ਥਾਪਣ ਸੋਵਾ। ਜਿੱਥੇ ਬਾਬਾ ਪੈਰ ਧਰ, ਪੂਜਾ ਆਸਣ ਥਾਪਣ ਸੋਵਾ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ। ਮਿੱਟੀ ਧੁੰਦ ਜਗ ਚਾਨਣ ਹੋਵਾ। ਸਿਧਾਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਵਾ। ਸਿਧਾਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਵਾ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ। ਮਿੱਟੀ ਧੁੰਦ ਜਗ ਚਾਨਣ ਹੋਵਾ। ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਵਾ। ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਵਾ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ। ਮਿੱਟੀ ਧੁੰਦ ਜਗ ਚਾਨਣ ਹੋਵਾ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਟੋਵਾ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਟੋਵਾ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ। ਮਿੱਟੀ ਧੁੰਦ ਜਗ ਚਾਨਣ ਹੋਵਾ। ਮਿੱਟੀ ਧੁੰਦ ਜਗ ਚਾਨਣ ਹੋਵਾ। ਗੁਰਮੁਖ ਕਲ ਵਿੱਚ ਪ੍ਰਗਟ 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 ਹੋਵਾ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ। ਜਿਉ ਕਰ ਸੂਰਜ ਨਿਕਲਿਆ, ਤਾਰੇ ਛਾਪ ਅੰਧੇਰ ਪਲੋਵਾ। ਤਾਰੇ ਛਾਪ ਅੰਧੇਰ ਪਲੋਵਾ। ਸਿੰਘ ਬੁਕੇ ਮੇਰੇ ਗਾਵਲੀ, ਪੰਨੀ ਜਾਏ ਨ ਤੀਰਤ ਰੋਵਾ। ਜਿੱਥੇ ਬਾਬਾ ਪੈਰ ਧਰ, ਪੂਜਾ ਆਸਣ ਥਾਪਣ ਸੋਵਾ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ। ਮਿੱਟੀ ਧੁੰਦ ਜਗ ਚਾਨਣ ਹੋਵਾ। ਸੋ ਗੁਰੂ ਨਾਨਕ ਦੇਵ ਜੀ ਦੇ ਜਦੋਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਆਪਾਂ ਕੁਝ ਵਿਚਾਰਾਂ ਜਿਹੜੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਕਿਉਂਕਿ ਜਬ ਲਗ ਦੁਨੀਆ ਰਹੀਏ, ਨਾਨਕ ਕੁਛ ਸੁਣੀਏ ਕੁਛ ਕਹੀਏ। ਕਿ ਦੁਨਿਆਵੀ ਦੁਨੀਆ ਵਿੱਚ ਜਦੋਂ ਆਪਾਂ ਰਹਿੰਦੇ ਹਾਂ ਆਪਸੀ ਪ੍ਰੇਮ ਪਿਆਰ ਦੇ ਨਾਲ, ਫਿਰ ਸਾਨੂੰ ਜਿਹੜੀਆਂ ਹਰ ਕੀ ਕਥਾ ਕਹਾਣੀਆਂ ਜਿਹੜੀਆਂ ਵਾ ਉਹ ਕਰਨੀਆਂ ਚਾਹੀਦੀਆਂ ਵਾ। ਕੁਝ ਜਿਹੜੀਆਂ ਵਾ ਵਿਚਾਰਾਂ ਸੁਣਨੀਆਂ ਚਾਹੀਦੀਆਂ। ਕੁਛ ਜਿਹੜੀਆਂ ਆਪ ਨੂੰ ਪਤਾ ਵਾ ਗੁਰੂ ਨਾਨਕ ਸਾਹਿਬ ਦੇ ਬਾਰੇ ਸਾਨੂੰ ਉਹ ਦੱਸਣੀਆਂ ਚਾਹੀਦੀਆਂ। ਕਿਉਂਕਿ ਸਾਡੀ ਜਿਹੜੀ ਆਉਣ ਵਾਲੀ ਜਿਹੜੀ ਨਸਲ ਆ, ਜਿਹੜੇ ਬੱਚੇ ਆ, ਉਹਨਾਂ ਨੂੰ ਆਪਾਂ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਨਾਲ ਜਿਹੜਾ ਜੋੜਨਾ ਵਾ। ਕਿ ਗੁਰੂ ਨਾਨਕ ਦੇ ਜਿਹੜੇ ਉਪਦੇਸ਼ ਆ, ਜਿਹੜੇ ਉਹਨਾਂ ਦੀਆਂ ਸਿੱਖਿਆਵਾਂ ਵਾ, ਉਹਨਾਂ ਦੇ ਨਾਲ ਜੋੜ ਕੇ ਉਹਨਾਂ ਨੂੰ ਚੰਗੇ ਗੁਰਸਿੱਖੀ ਜੀਵਨ ਵਾਲੇ ਬਣਾਉਣਾ, ਗੁਰਮੁਖ ਬਣਾਉਣਾ ਉਹਨਾਂ ਨੂੰ। ਕਿਉਂਕਿ ਵੇਖੋ, ਪੜ੍ਹਾਈ ਲਿਖਾਈ ਜਿਹੜੀ ਆ ਬਿਲਕੁਲ ਜ਼ਰੂਰੀ, ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ। ਪੜ੍ਹਾਈ ਲਿਖਾਈ ਤੋਂ ਬਿਨਾਂ ਜਿਹੜਾ ਵਾ, ਗੁਰੂ ਨਾਨਕ ਸਾਹਿਬ ਨੇ ਵੀ ਕਿਹਾ, ਬਾਣੀ ਦੇ ਵਿੱਚ ਵੀ ਲਿਖਿਆ ਕਿ ਬਿਨ ਵਿਦਿਆ ਨਰ ਪਸ਼ੂ ਸਮਾਨ।
ਕਿ ਵਿਦਿਆ ਤੋਂ ਬਿਨਾਂ ਤੇ ਜਿਹੜਾ ਇਨਸਾਨ ਆ ਉਹ ਪਸ਼ੂ ਦੇ ਨਿਆਈ ਆ। ਕਹਿਣ ਤੋਂ ਭਾਵ ਕਿ ਉਹਨੂੰ ਕੋਈ ਸਮਝ ਨਹੀਂ ਹੋ ਸਕਦੀ ਬਹੁਤੀ। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਕਿ ਇਹ ਵਿਦਿਆ ਜਿਹੜੀ ਆ ਇਹ ਸਾਡਾ ਪਰਉਪਕਾਰ ਹੀ ਕਰਦੀ, ਭਲਾ ਹੀ ਕਰਦੀ ਹੈ। ਸੋ ਗਿਆਨ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਬੜਾ ਉੱਚਾ ਦਰਜਾ ਦਿੱਤਾ। ਪਰ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਵਿਦਿਆ ਦਿਵਾਉਣੀ, ਪੜ੍ਹਾਉਣਾ ਲਿਖਾਉਣਾ ਵਾ, ਚੰਗੇ ਨਾਗਰਿਕ ਬਣਾਉਣਾ ਵਾ, ਸੋਹਣੇ ਜੀਵਨ ਵਾਲੇ ਬਣਾਉਣਾ ਵਾ, ਉੱਥੇ ਅਸੀਂ ਉਹਨਾਂ ਦਾ ਆਚਰਣ ਜੇਕਰ ਵਧੀਆ ਬਣਾਉਣਾ ਤਾਂ ਫਿਰ ਅਸੀਂ ਗੁਰਬਾਣੀ ਦੇ ਨਾਲ ਬੱਚਿਆਂ ਨੂੰ ਜੋੜਨਾ। ਗੁਰੂ ਦੀ ਬਾਣੀ ਜਿਹੜੀ ਜਿੱਥੇ ਸਾਡੇ ਅਧਿਆਤਮਕ ਜੀਵਨ ਨੂੰ ਸਵਾਰਦੀ ਆ, ਆਤਮਾ ਦਾ ਪਰਮਾਤਮਾ ਨਾਲ ਮੇਲ ਕਰਾਉਣ ਦੇ ਵਿੱਚ ਜਿਹੜੀ ਆ ਇੱਕ ਪਰਮਾਤਮਾ ਜਿਹੜੀ ਦੇ ਵਿੱਚ ਇੱਕ ਜ਼ਰੀਆ ਵਾ, ਸਮਝ ਲਓ। ਬਾਣੀ ਤੋਂ ਬਿਨਾਂ ਗੁਰਬਾਣੀ ਤੋਂ ਬਿਨਾਂ ਪਰਮਾਤਮਾ ਦਾ ਮੇਲ ਨਹੀਂ ਹੋ ਸਕਦਾ। ਬਾਣੀ ਜਿਹੜੀ ਆ ਜਿਵੇਂ ਸਰੀਰ ਲਈ ਪਾਣੀ ਜ਼ਰੂਰੀ ਆ, ਭੋਜਨ ਜ਼ਰੂਰੀ ਆ, ਇਵੇਂ ਰੂਹ ਦੀ ਖੁਰਾਕ ਜਿਹੜੀ ਉਹ ਬਾਣੀ ਆ। ਅਤੇ ਪਰਮਾਤਮਾ ਤੱਕ ਪਹੁੰਚਣ ਲਈ ਜਿਹੜਾ ਬਾਣੀ ਸਭ ਤੋਂ ਵੱਡਾ ਗੁਰਬਾਣੀ ਜਿਹੜਾ ਰਸਤਾ ਵਾ, ਜਿਹੜਾ ਸਾਨੂੰ ਗੁਰੂ ਨਾਨਕ ਸਾਹਿਬ ਨੇ ਦਿੱਤਾ। ਅਸੀਂ ਆਪਣੇ ਬੱਚਿਆਂ ਨੂੰ ਸੋਹਣੇ ਜਿਹੜੇ ਜੀਵਨ ਦੇ ਜਿਹੜੇ ਢੰਗ ਤਰੀਕੇ ਸਿਖਾਉਣੇ ਆ, ਚੰਗਾ ਚਾਲ ਚੱਲਣ ਬਣਾਉਣਾ, ਇੱਕ ਸੋਹਣਾ ਸਮਾਜ ਬਣਾਉਣਾ ਵਾ। ਇਸ ਕਰਕੇ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਨੇ ਜਦੋਂ ਅਵਤਾਰ ਧਾਰਿਆ ਉਸ ਸਮੇਂ ਸਮਾਜ ਦੇ ਵਿੱਚ ਅਨੇਕਾਂ ਬੁਰਾਈਆਂ ਫੈਲੀਆਂ ਹੋਈਆਂ ਸੀ। ਸਮਾਜ ਦੇ ਵਿੱਚ ਇੰਨੀਆਂ ਕੁਰੀਤੀਆਂ ਫੈਲੀਆਂ ਹੋਈਆਂ ਸੀ ਕਿ ਲੋਕ ਇੱਕ ਦੂਜੇ ਨਾਲ ਨਫ਼ਰਤ ਈਰਖਾ ਕਰਦੇ ਸੀ, ਅਤੇ ਕੋਈ ਊਚ ਨੀਚ ਸੀ, ਕਈ ਤਰ੍ਹਾਂ ਦੀਆਂ ਅਨੇਕਾਂ ਹੀ। ਪਰ ਗੁਰੂ ਨਾਨਕ ਸਾਹਿਬ ਨੇ ਆਪਣੇ ਵਿਚਾਰਾਂ ਦੇ ਨਾਲ, ਆਪਣੀਆਂ ਦਲੀਲਾਂ ਦੇ ਨਾਲ, ਤਕਰੀਰਾਂ ਦੇ ਨਾਲ ਸਿੱਧ ਗੋਸ਼ਟੀਆਂ ਕੀਤੀਆਂ ਔਰ ਉਹਨਾਂ ਨੂੰ ਵਿਚਾਰਾਂ ਦੇ ਨਾਲ ਜਿਹੜਾ ਸਮਝਾਇਆ ਅਤੇ ਸਿੱਧੇ ਰਸਤੇ ਪਾਇਆ। ਸੱਜਣ ਠੱਗ ਵਰਗਿਆਂ ਨੂੰ ਸੱਜਣ ਬਣਾਇਆ, ਬਲਕ ਭਾਗੋ ਵਰਗਿਆਂ ਨੂੰ ਉਹਨਾਂ ਨੂੰ ਸਿੱਧੇ ਰਸਤੇ 'ਤੇ ਪਾ ਕੇ ਅਤੇ ਜਿਹੜੇ ਭਗਤ ਬਣਾਇਆ। ਗੁਰੂ ਨਾਨਕ ਸਾਹਿਬ ਜਿਹੜੇ ਆ ਉਹਨਾਂ ਦਾ ਵਿਚਾਰ ਸੀਗਾ ਕਿ ਮਨੁੱਖ ਜਿਹੜਾ ਵਾ ਉਹ ਆਪਣੇ ਕਰਮਾਂ ਕਰਕੇ ਜਿਹੜਾ ਉੱਚਾ ਨੀਵਾਂ ਹੁੰਦਾ ਵਾ। ਜੇਕਰ ਮਨੁੱਖ ਕਰਮ ਚੰਗੇ ਕਰਦਾ ਵਾ ਅਤੇ ਉਹ ਮਨੁੱਖ ਜਿਹੜਾ ਵਾ ਉਹ ਉੱਤਮ ਆ, ਅਤੇ ਜੇ ਮਨੁੱਖ ਦੇ ਕਰਮ ਮਾੜੇ ਆ ਅਤੇ ਉਹ ਮਨੁੱਖ ਜਿਹੜਾ ਵਾ ਉਹ ਉੱਤਮ ਨਹੀਂ ਕਹਿ ਸਕਦੇ, ਅਸੀਂ ਉਹਨੂੰ ਨੀਵੇਂ ਦਰਜੇ ਦਾ ਕਹਿ ਸਕਦੇ ਹਾਂ, ਭਾਵੇਂ ਉਹ ਕਿਸੇ ਵੀ ਜਾਤੀ ਦੇ ਨਾਲ ਸੰਬੰਧਿਤ ਹੋਵੇ। ਕਹਿਣ ਤੋਂ ਭਾਵ ਉਹਨਾਂ ਨੇ ਕਰਮਾਂ 'ਤੇ ਜ਼ੋਰ ਦਿੱਤਾ। ਸਾਰਿਆਂ ਨੂੰ ਜਿਹੜਾ ਵਿਦਿਆ ਦਾ ਜਿਹੜਾ ਚਾਨਣੇ ਜਿਹੜਾ ਇਹਨੂੰ ਹਾਸਲ ਕਰਨ ਲਈ ਕਿਹਾ ਕਿ ਵਿਦਿਆ ਜਿਹੜੀ ਜ਼ਰੂਰੀ ਹੈ ਤੁਹਾਡੇ ਲਈ, ਇਹਨੂੰ ਜਿਹੜਾ ਵਾ ਪੜ੍ਹੋ, ਇਹਨੂੰ ਜਿਹੜਾ ਵਾ ਪੜ੍ਹ ਕੇ ਗੁਰਬਾਣੀ ਵਿਦਿਆ ਪੜ੍ਹਾਂਗੇ ਅਤੇ ਫਿਰ ਹੀ ਗੁਰਬਾਣੀ ਜਿਹੜੀ ਸਮਝ ਸਕਦੇ ਹਾਂ। ਸੋ ਸਤਿਗੁਰੂ ਜਿਹੜੇ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਜੀਵਨ ਦੇ ਵਿੱਚ ਜਿੰਨੀਆਂ ਵੀ ਆਪਾਂ ਉਸ ਸੰਬੰਧੀ ਗੱਲਾਂ ਕਰੀਏ ਜਾਂ ਵਿਚਾਰਾਂ ਕਰੀਏ, ਕਥਾ ਕਰੀਏ ਉਹਨਾਂ ਦੀ, ਅਤੇ ਉਹ ਨਾ ਮੁੱਕਣ ਵਾਲੀਆਂ। ਕਹਿਣ ਤੋਂ ਭਾਵ ਕਿ ਕਦੀ ਜਿੰਨੀਆਂ ਕਰੀ ਜਾਓਗੇ ਉਨੀਆਂ ਥੋੜ੍ਹੀਆਂ ਪੈ ਜਾਂਦੀਆਂ। ਪਰ ਅਸੀਂ ਆਪਣੇ ਜਿਹੜੇ ਗੁਰੂ ਦੀਆਂ ਜਿਹੜੀਆਂ ਬਾਤਾਂ ਉਹਨਾਂ ਨੂੰ ਯਾਦ ਕਰਨਾ, ਉਹਨਾਂ ਦੇ ਰਸਤੇ 'ਤੇ ਤੁਰਨਾ, ਗੁਰਬਾਣੀ ਦਾ ਜਾਪ ਕਰਨਾ। ਉਹਨਾਂ ਨੇ ਗੁਰਬਾਣੀ ਲਿਖੀ ਜੋ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਔਰ ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਨੇ ਇੱਕ ਸਿੱਖ ਸਮਾਜ, ਇੱਕ ਸੋਹਣੇ ਸਮਾਜ ਦੀ ਸਿਰਜਣਾ ਕੀਤੀ, ਸਾਰਿਆਂ ਨੂੰ ਭਲੇ ਕੰਮ ਕਰਨ ਲਈ ਪ੍ਰੇਰਿਆ। ਗੁਰਸਿੱਖੀ ਜੀਵਨ ਜਿਹੜਾ ਵਾ ਕਿ ਗੁਰੂ ਵਾਲੇ ਬਣਨਾ ਵਾ, ਚੰਗੇ ਇਨਸਾਨ ਬਣਨਾ ਵਾ, ਸਭ ਦਾ ਭਲਾ ਕਰਨਾ ਵਾ, ਸਭ ਦੇ ਭਲੇ ਵਿੱਚ ਹੀ ਜਿਹੜਾ ਮਨੁੱਖ ਦਾ ਆਪਣਾ ਵੀ ਭਲਾ ਵਾ। ਸੋ ਗੁਰੂ ਨਾਨਕ ਸਾਹਿਬ ਨੇ ਸਾਰੀਆਂ ਜਿਹੜੀਆਂ ਦਲੀਲਾਂ ਜਿਹੜੀਆਂ ਆਪਣੀਆਂ ਦੇ ਕੇ ਸਭ ਤਰ੍ਹਾਂ ਦੇ ਜਿਹੜੇ ਉਸ ਸਮੇਂ ਜਿਹੜੇ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਸੀ, ਕਹਿੰਦੇ ਕਹਾਉਂਦੇ ਜਿਹੜੇ ਸਿੱਧ ਸੀ, ਪੀਰ ਸੀ, ਮਤਲਬ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਬੜੇ ਤਰੀਕੇ ਨਾਲ ਸਮਝਾਇਆ ਅਤੇ ਸਹੀ ਰਸਤੇ 'ਤੇ ਲਿਆਂਦਾ ਅਤੇ ਸਮਾਜ ਨੂੰ ਇੱਕ ਸੋਹਣੀ ਸੇਧ ਦਿੱਤੀ। ਸੋ ਗੁਰਮੁਖ ਜਿਹੜਾ ਕਾਲ ਵਿੱਚ ਪ੍ਰਗਟ ਹੋਇਆ, ਕਹਿਣ ਤੋਂ ਭਾਵ ਕਿ ਕਾਲ ਤੋਂ ਭਾਵ ਕਲਯੁੱਗ ਦੇ ਵਿੱਚ ਜਦੋਂ ਮਨੁੱਖ ਜਿਹੜਾ ਵਾ ਕਾਲੇ ਕੰਮ ਕਰਦਾ ਸੀ, ਕਹਿਣ ਤੋਂ ਭਾਵ ਕਿ ਸਹੀ ਰਸਤੇ 'ਤੇ ਨਹੀਂ ਸੀ ਹੁੰਦੇ, ਉਸ ਸਮੇਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਸਹੀ ਸੇਧ ਦਿੱਤੀ ਅਤੇ ਬੜੇ ਸੋਹਣੇ ਆਚਰਣ ਵਾਲੇ ਬਣਾਉਣ ਦੇ ਲਈ ਗੁਰੂ ਸਾਹਿਬਾਨ ਨੇ ਗੁਰਬਾਣੀ ਲਿਖੀ,
ਉਹ 'ਤੇ ਅਨੇਕਾਂ ਕਰਮ ਕਾਂਡਾਂ ਦਾ ਖੰਡਨ ਕੀਤਾ ਅਤੇ ਇਸਤਰੀ ਦਾ ਪੁਰਸ਼ ਦਾ ਇੱਕ ਬਰਾਬਰ ਜਿਹੜਾ ਉਹਨਾਂ ਕਿਹਾ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਜਾਨ, ਕਿ ਉਹਨਾਂ ਇਸਤਰੀਆਂ ਨੂੰ ਕਿਉਂ ਮਾੜਾ ਆਖਣਾ ਵਾ ਜਿਹੜੀਆਂ ਰਾਜੇ ਮਹਾਂਪੁਰਸ਼ ਜਿਹੜੀਆਂ ਰਾਜਿਆਂ ਨੂੰ ਸਮਰਾਟਾਂ ਨੂੰ ਜਨਮ ਦਿੰਦੀਆਂ, ਕਿਉਂਕਿ ਇਸਤਰੀ ਦੀ ਕੁੱਖੋਂ ਹੀ ਅਸੀਂ ਜਨਮ ਲਿਆ ਮਰਦਾਂ ਨੇ ਵੀ। ਇਸਤਰੀ ਦੀ ਕੁੱਖ ਤੋਂ ਹੀ ਜਿਹੜੇ ਬੱਚੇ ਜਿਹੜੇ ਆ ਮਰਦੇ ਆ ਅਤੇ ਔਰਤਾਂ ਸਾਰੇ ਜਿਹੜੇ ਇਸਤਰੀ ਤੋਂ ਹੀ ਪੈਦਾ ਹੁੰਦੇ ਆ। ਇਸਤਰੀ ਨੂੰ ਬੜਾ ਵੱਡਾ ਜਿਹੜਾ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਵਿੱਚ ਇਹ ਪੰਗਤੀਆਂ ਵੀ ਜਿਹੜੀਆਂ ਉਚਾਰੀਆਂ ਵਾ ਕਿ ਭੰਡ ਜੰਮੀਏ ਭੰਡ ਨਿੰਮੀਏ ਭੰਡ ਮੰਗਣ ਵਿਆਹੋ, ਅਤੇ ਕਹਿਣ ਤੋਂ ਭਾਵ ਕਿ ਉਹਨਾਂ ਬੜੀਆਂ ਹੋਰ ਵੀ ਜਿਹੜੀਆਂ ਗੁਰਬਾਣੀ ਦੇ ਵਿੱਚ ਆਪਣਾ ਨੂੰ ਪੰਗਤੀਆਂ ਲਿਖੀਆਂ ਵਾ ਉਚਾਰੀਆਂ ਵਾ। ਸੋ ਅਸੀਂ ਆਪਣੇ ਜੀਵਨ ਨੂੰ ਜਿਹੜਾ ਸਵਾਰਨਾ ਵਾ ਨਿਖਾਰਨਾ ਵਾ, ਉਹਨਾਂ ਦੇ ਜੀਵਨ ਤੋਂ ਇੱਕ ਸੇਧ ਲੈਣੀ ਆ। ਅਤੇ ਇਸ ਪਵਿੱਤਰ ਦਿਹਾੜੇ ਨੂੰ ਅਸੀਂ ਬੜੀ ਖੁਸ਼ੀ ਦੇ ਨਾਲ ਸ਼ਰਧਾ ਦੇ ਨਾਲ ਸੰਗਤਾਂ ਜਿਹੜੀਆਂ ਮਨਾਉਂਦੀਆਂ ਵਾ। ਗੁਰੂ ਘਰਾਂ ਦੇ ਵਿੱਚ ਜਿਹੜੇ ਅਖੰਡ ਪਾਠ ਸਾਹਿਬ ਦੇ ਜਿਹੜੇ ਆ ਆਪਣੇ ਜਾਪ ਕੀਤੇ ਜਾਂਦੇ ਆ, ਭੋਗ ਪਾਏ ਜਾਂਦੇ ਆ ਅਤੇ ਲੰਗਰ ਵਰਤਾਏ ਜਾਂਦੇ ਆ ਅਤੇ ਹਰੀ ਜਸ ਕੀਤਾ ਜਾਂਦਾ, ਪਰਮਾਤਮਾ ਦਾ ਨਾਮ ਸਿਮਰਿਆ ਜਾਂਦਾ, ਉਸ ਦੀ ਸਿਫਤ ਸਲਾਹ ਕੀਤੀ ਜਾਂਦੀ ਸੱਚੇ ਪਿਤਾ ਦੀ। ਸੋ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਬਾਰੇ ਆਪਾਂ ਥੋੜ੍ਹੀ ਜਿਹੀ ਤੁਹਾਨੂੰ ਹੋਰ ਜਾਣਕਾਰੀ ਦਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਕਾਰਜ ਕੀਤੇ ਆ ਉਹਦੇ 'ਤੇ ਇੱਕ ਜਿਹੜੀ ਛੋਟੀ ਜਿਹੀ ਝਾਤ ਪਾਉਂਦੇ ਆ। ਗੁਰੂ ਨਾਨਕ ਸਾਹਿਬ ਜੀ ਨੇ ਲੰਗਰ ਪ੍ਰਥਾ ਚਲਾਈ ਕਿ ਸਾਰੇ ਜਾਣੇ ਜਿਹੜੇ ਆ ਉਹ ਇੱਕ ਆਪਣੇ ਪੰਗਤ ਵਿੱਚ ਬੈਠ ਕੇ ਲੰਗਰ ਛਕਣਗੇ। ਇਸ ਤੋਂ ਇਲਾਵਾ ਉਹਨਾਂ ਨੇ ਸੰਗਤ ਜਿਹੜਾ ਇਸਤਰੀ ਪੁਰਸ਼ ਸਾਰਿਆਂ ਨੂੰ ਕਿਸੇ ਵੀ ਜਾਤੀ ਦੇ ਕਿਸੇ ਵੀ ਮਤਲਬ ਕਹਿਣ ਤੋਂ ਭਾਵ ਵਰਨ ਕਿਸੇ ਵੀ ਜਿਹੜਾ ਵਾ ਉਹ ਸੰਗਤ ਕਰ ਸਕਦਾ ਵਾ। ਪਰਮਾਤਮਾ ਦਾ ਨਾਮ ਦਿੱਤਾ, ਹਰ ਇੱਕ ਨੂੰ ਅਧਿਕਾਰ ਦਿੱਤਾ, ਬਰਾਬਰ ਦਾ ਦਰਜਾ ਦਿੱਤਾ। ਸੋ ਗੁਰੂ ਨਾਨਕ ਦੇਵ ਜੀ ਦੀ ਇੱਕ ਬੜੀ ਉੱਚੀ ਸੋਚ ਸੀ ਕਿ ਸਮਾਜ ਜਿਹੜਾ ਵਾ ਅਸੀਂ ਸੋਹਣਾ ਬਣਾਉਣਾ ਅਤੇ ਇਹਨੂੰ ਧਰਤੀ ਨੂੰ ਜਿਹੜੇ ਆ ਇੱਥੇ ਹੀ ਅਸੀਂ ਜਿਹੜੇ ਆ ਇਹੋ ਜਿਹੇ ਕੰਮ ਕਰਨੇ ਕਿ ਜਿਹੜੇ ਸਵਰਗ ਦੇ ਨਿਆਈ ਹੋਣ। ਸਾਰੇ ਮਨੁੱਖ ਜਿਹੜੇ ਆ ਇੱਕ ਦੂਜੇ ਦੇ ਕੰਮ ਆਉਣ, ਸਾਰਿਆਂ ਵਿੱਚ ਆਪਸੀ ਭਾਈਚਾਰਾ ਹੋਵੇ, ਪ੍ਰੇਮ ਹੋਵੇ, ਏਕਤਾ ਹੋਵੇ, ਇਕਜੁੱਟਤਾ ਹੋਵੇ। ਸੋ ਉਹਨਾਂ ਨੇ ਕਦੀ ਕਿਸੇ ਨੂੰ ਨਫ਼ਰਤ ਨਹੀਂ ਕੀਤੀ, ਉਹਨਾਂ ਨੇ ਸਿਰਫ ਨਫ਼ਰਤ ਕੀਤੀ ਆ ਅਤੇ ਉਹ ਬੁਰਾਈਆਂ ਜਿਹੜੀਆਂ ਪਾਪ ਆ ਉਹਨਾਂ ਨੂੰ ਕਿਹਾ ਕਿ ਭਾਈ ਇਹ ਗਲਤ ਗੱਲ ਆ, ਇਹਨਾਂ ਨੂੰ ਤੁਸੀਂ ਕਿਸੇ ਤਰੀਕੇ ਨਾਲ ਸੁਧਾਰੋ, ਚੰਗੇ ਇਨਸਾਨ ਬਣੋ, ਸਭ ਦਾ ਭਲਾ ਕਰੋ। ਸੋ ਉਹਨਾਂ ਦੇ ਜੀਵਨ ਦੇ ਬਾਰੇ ਹੋਰ ਬਹੁਤ ਸਾਰੀਆਂ ਜੇ ਕਹਾਣੀਆਂ ਵਾ ਕਿ ਆਪ ਜੀ ਦੇ ਪਿਤਾ ਜਿਹੜੇ ਮਹਿਤਾ ਕਲਿਆਣ ਦਾਸ ਜੀ ਸੀ, ਉਹਨਾਂ ਨੂੰ ਵਪਾਰਕ ਧੰਦਿਆਂ ਵਿੱਚ ਪਾਉਣਾ ਚਾਹੁੰਦੇ ਸੀ। ਉਹਨਾਂ ਨੂੰ ਜਦੋਂ ਆਪਣੇ 20 ਰੁਪਏ ਦਾ ਸੌਦਾ, ਉਸ ਸਮੇਂ 20 ਰੁਪਏ ਜਿਹੜੇ ਬੜੀ ਮੋਟੀ ਰਕਮ ਹੁੰਦੀ ਸੀ, ਉਹ ਦੇ ਕੇ ਕਿਹਾ ਕਿ ਤੂੰ ਕੋਈ ਦੁਕਾਨਦਾਰੀ ਵਗੈਰਾ ਕੋਈ ਕੰਮ ਸ਼ੁਰੂ ਕਰ ਆਪਣਾ। ਅਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਰਸਤੇ ਵਿੱਚ ਜਾ ਰਹੇ ਸੀ ਉਸ ਸਮੇਂ ਅਤੇ ਆਮ ਇਹੋ ਜਿਹੇ ਸਾਧਨ ਨਹੀਂ ਸੀ ਹੁੰਦੇ ਉਸ ਸਮੇਂ ਜਿਹੜੇ ਅੱਜ ਕੱਲ੍ਹ ਆ ਮੋਟਰ ਗੱਡੀਆਂ। ਅਤੇ ਉਹ ਜਦੋਂ ਰਸਤੇ ਵਿੱਚ ਕਿਤੇ ਜਾ ਰਹੇ ਸੀ ਜੰਗਲ ਦੇ ਵਿੱਚ, ਉਹਨਾਂ ਨੂੰ ਕਿਤੇ ਭੁੱਖੇ ਸਾਧੂ ਮਿਲੇ, ਹੋ ਸਕਦਾ ਉਹਨਾਂ ਦੀ ਪ੍ਰੀਖਿਆ ਹੀ ਲਈ ਹੋਵੇ ਗੁਰੂ ਸਾਹਿਬ ਦੀ। ਅਤੇ ਉਹਨਾਂ ਨੇ ਜਦੋਂ ਲੰਗਰ ਕਿਹਾ ਕਿ ਅਸੀਂ ਕਈ ਦਿਨਾਂ ਤੋਂ ਨਹੀਂ ਛਕਿਆ, ਤਾਂ ਗੁਰੂ ਨਾਨਕ ਸਾਹਿਬ ਨੇ ਉਹਨਾਂ 20 ਰੁਪਈਆਂ ਦਾ ਜਿਹੜਾ ਲੰਗਰ ਜਿਹੜਾ ਉਹਨਾਂ ਨੂੰ ਛਕਾ ਕੇ ਅਤੇ ਇਹ ਕੰਮ ਕੀਤਾ। ਅਤੇ ਜਦੋਂ ਬਾਅਦ ਵਿੱਚ ਉਹ ਘਰ ਆਏ ਅਤੇ ਉਹਨਾਂ ਦੇ ਪਿਤਾ ਨੇ ਪੁੱਛਿਆ ਭਾਈ ਸੌਦਾ ਜਿਹੜਾ ਤੁਸੀਂ ਲੈ ਆਂਦਾ ਵਾ, ਤਾਂ ਉਹਨਾਂ ਕਿਹਾ ਕਿ ਮੈਂ ਸੱਚਾ ਸੌਦਾ ਕਰਕੇ ਆਇਆ ਵਾਂ। ਕਹਿਣ ਤੋਂ ਭਾਵ ਕਿ ਮੈਂ ਸੱਚ ਦਾ ਸੌਦਾ ਕੀਤਾ, ਮੈਂ ਭੁੱਖੇ ਸਾਧੂਆਂ ਨੂੰ ਇਹਨਾਂ ਪੈਸਿਆਂ ਦਾ ਜਿਹੜਾ ਲੰਗਰ ਛਕਾਤਾ। ਬੇਸ਼ੱਕ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਉਸ ਸਮੇਂ ਝਿੜਕਿਆ ਵੀ, ਉਹਨਾਂ ਨੂੰ ਬਾਅਦ ਦੇ ਵਿੱਚ ਮੋਦੀ ਖਾਨੇ ਵਿੱਚ ਵੀ ਡਿਊਟੀ ਕਰਨ ਭੇਜਿਆ, ਜਿੱਥੇ ਉਹਨਾਂ ਦਾ ਜਿਹੜਾ ਵਾ ਬੀਬੀ ਨਾਨਕੀ ਜੀ ਦੇ ਕੋਲ ਜੀਜਾ ਜਿੱਥੇ ਮੋਦੀ ਖਾਨੇ ਵਿੱਚ ਸੀਗਾ ਉਹਨਾਂ ਦਾ, ਉੱਥੇ ਵੀ ਉਹਨਾਂ ਨੇ ਜਿਹੜੀ ਆ ਕੁਛ ਟਾਈਮ ਡਿਊਟੀ ਕੀਤੀ ਅਤੇ 13 ਹੀ ਤੋਲਦੇ ਰਹੇ। ਕਹਿਣ ਤੋਂ ਭਾਵ ਸਾਰਿਆਂ ਨੂੰ ਕਿਹਾ ਇਹ ਤੁਹਾਡਾ ਹੀ ਆ। ਸੋ ਗੁਰੂ ਨਾਨਕ ਸਾਹਿਬ ਜੀ ਜਿਹੜੇ ਆ ਉਹਨਾਂ ਦੇ ਵਿੱਚ ਮੈਂ ਮੇਰੀ ਵਾਲੀ ਭਾਵਨਾ ਨਹੀਂ ਸੀ। ਉਹ ਇੱਕ ਰੱਬੀ ਅਵਤਾਰ ਸਨ ਜਿਨ੍ਹਾਂ ਨੇ ਸਮਾਜ ਦੇ ਸੁਧਾਰ ਲਈ ਅਨੇਕਾਂ ਕਾਰਜ ਕੀਤੇ। ਉਹਨਾਂ ਨੂੰ ਰਹਿੰਦੀ ਦੁਨੀਆ ਤੱਕ ਜਿਹੜਾ ਯਾਦ ਕੀਤਾ ਜਾਊਗਾ। ਸੋ ਅੱਜ ਇਸ ਪਵਿੱਤਰ ਦਿਹਾੜੇ 'ਤੇ
ਅਸੀਂ ਉਹਨਾਂ ਨੂੰ ਜਿਹੜਾ ਜਿੱਥੇ ਯਾਦ ਕਰਦੇ ਹਾਂ ਉੱਥੇ ਨਾਲ ਨਾਲ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਗੁਰੂ ਮਹਾਰਾਜ ਅੱਗੇ, ਕਿ ਸੱਚੇ ਪਾਤਸ਼ਾਹ ਸਮੁੱਚੀ ਜਿਹੜੀ ਆ ਜਗਤ ਜਿਹੜੇ ਆ ਸੰਗਤ ਜਿਹੜੀ ਆ ਉਹਨਾਂ ਨੂੰ ਉਹਨਾਂ ਦੇ ਉਪਦੇਸ਼ਾਂ ਨੂੰ ਜਿਹੜੇ ਆ ਉਹਨਾਂ ਦੇ ਅਨੁਸਾਰ ਜਿਹੜਾ ਜੀਵਨ ਜੀਵੇ, ਸਾਰੇ ਉਹਨਾਂ ਦੇ ਪੂਰਨਿਆਂ 'ਤੇ ਚੱਲੀਏ। ਅਸੀਂ ਇੱਕ ਸੋਹਣੇ ਸਮਾਜ ਦੀ ਸਿਰਜਣਾ ਕਰੀਏ। ਜੋ ਗੁਰੂ ਨਾਨਕ ਸਾਹਿਬ ਨੇ ਜਿਹੋ ਜਿਹੇ ਕਰਮ ਕਰਨ ਲਈ ਸਾਨੂੰ ਪ੍ਰੇਰਿਆ ਉਹੋ ਜਿਹੇ ਕਰਮ ਕਰੀਏ। ਇੱਕ ਚੰਗੇ ਇਨਸਾਨ, ਇੱਕ ਗੁਰਮੁਖ, ਇੱਕ ਗੁਰਸਿੱਖ ਚੰਗੇ ਬਣੀਏ ਅਤੇ ਤੁਹਾਡਾ ਜੀਵਨ ਜਿਹੜਾ ਵਾ ਉਹ ਸਾਡਾ ਜਿਹੜਾ ਸਫਲ ਹੋਵੇ। ਸੋ ਵਿਚਾਰਾਂ ਕਰਦਿਆਂ ਜਿਹੜੀਆਂ ਵਾ ਉਹ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਗਲਤੀਆਂ ਹੋ ਜਾਂਦੀਆਂ, ਕਿਉਂਕਿ ਜਦੋਂ ਮਹਾਂਪੁਰਸ਼ ਜਿਹੜੇ ਵੱਡੇ ਵੱਡੇ ਗੁਰੂ ਸਾਹਿਬਾਨ ਜਦੋਂ ਇਹਨਾਂ ਦੀਆਂ ਗੱਲਾਂ ਬਾਤਾਂ ਕਰੀਦੀਆਂ ਵਾ, ਵਿਚਾਰਾਂ ਕਰੀਦੀਆਂ, ਅਕਸਰ ਹੀ ਤਰੁੱਟੀਆਂ ਰਹਿ ਜਾਂਦੀਆਂ ਵਾ ਅਤੇ ਉਹਨਾਂ ਦੀ ਆਪਾਂ ਸਾਧ ਸੰਗਤ ਜੀ ਕੋਲੋਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਹੱਥ ਜੋੜ ਕੇ ਖਿਮਾ ਦੇ ਜਾਚਕਿਆਂ ਮਾਫੀ ਮੰਗਦੇ ਹਾਂ। ਸੋ ਸਾਰਿਆਂ ਨੂੰ ਜਿਹੜੀ ਆ ਹਾਰਦਿਕ ਕਾਮਨਾਵਾਂ, ਸ਼ੁਭ ਕਾਮਨਾਵਾਂ, ਔਰ ਗੁਰੂ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਸਾਰੀ ਸੰਗਤ ਨੂੰ ਮੇਰੇ ਦਾਸ ਵੱਲੋਂ ਲੱਖ ਲੱਖ ਵਧਾਈ ਹੋਵੇ ਅਤੇ ਗੁਰੂ ਮਹਾਰਾਜ ਸਾਰਿਆਂ ਦੇ ਪਰਿਵਾਰਾਂ ਵਿੱਚ ਤੰਦਰੁਸਤੀ ਵਰਤਾਵੇ, ਖੁਸ਼ੀਆਂ ਬਖਸ਼ੇ, ਤਰੱਕੀਆਂ ਦੇਵੇ ਪ੍ਰਮਾਤਮਾ, ਹਰ ਮੈਦਾਨ ਫਤਿਹ ਬਖਸ਼ੇ, ਚੜ੍ਹਦੀ ਕਲਾ ਵਿੱਚ ਰਹਿਣਾ, ਸ਼ੁਭ ਕਰਮ ਜਿਹੜੇ ਕਰਨੇ ਆ, ਗੁਰੂ ਮਹਾਰਾਜ ਦੇ ਦਰਸਾਏ ਹੋਏ ਮਾਰਗ 'ਤੇ ਚੱਲਣਾ ਵਾ। ਕਿਸੇ ਕਿਸਮ ਦੀ ਜਿਹੜੀ ਆ ਕੋਈ ਵੀ ਜਿਹੜੀ ਤੋੜ ਨਹੀਂ ਰਹਿੰਦੀ। ਗੁਰੂ ਦਾ ਨਾਮ ਜਪਿਆਂ, ਉਹਨਾਂ ਦੀ ਬਾਣੀ ਪੜ੍ਹਿਆਂ ਸਭ ਕੁਛ ਮਿਲਦਾ ਵਾ। ਅਸੀਂ ਉਹਨਾਂ 'ਤੇ ਵਿਸ਼ਵਾਸ ਰੱਖਣਾ ਔਰ ਉਹਨਾਂ ਦੇ ਜਿਹੜੇ ਆ ਦਰਸਾਏ ਹੋਏ ਮਾਰਗ 'ਤੇ ਚੱਲਣਾ ਵਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।